मेरा नाम प्रिथीपाल सिंह गिल। ਤੇ ਕਿਹੜਾ ਪਿੰਡ ਹੈ ਜੀ? पिंड पंडोरी खजूर। ਠੀਕ ਹੈ, ਜਿਨ੍ਹਾਂ ਦੀ ਮੌਤ ਹੋਈ ਹੈ ਇਹਨਾਂ ਦਾ ਕੀ ਨਾਂ ਸੀ, ਕੀ ਲੱਗਦੇ ਸੀ ਤੁਹਾਡੇ? ये सरबजीत सिंह है, मेरा छोटा ब्रदर है। ਠੀਕ ਹੈ ਜੀ। ये अपने हुशियारपुर पुल के विच एएसआई सी। ਠੀਕ ਹੈ ਜੀ। ਤੇ ਇਹਨਾਂ ਦੀ ਜਿਹੜੀ ਉਹ ਮੌਤ ਹੋਈ ਹੈ ਤੇ ਇੱਕ ਹਸਪਤਾਲ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੀ ਅਣਗਹਿਲੀ ਕਾਰਨ ਹੋਈ ਹੈ, ਕੀ ਪੂਰਾ ਮਾਮਲਾ ਹੋਇਆ ਸੀਗਾ ਜੀ? ਇਹ ਤੇ ਤੁਸੀਂ ਖੁਦ ਪ੍ਰੈਸ ਵਾਲਿਆਂ ਨੇ ਜਾਣ ਲੈਣਾ ਜਦੋਂ ਮੈਂ ਤੁਹਾਨੂੰ ਸਾਰੀ ਦੱਸਦਾ ਡਿਟੇਲ ਦੇ ਵਿੱਚ। ਇਹ ਮੇਰੇ ਬ੍ਰਦਰ ਨੂੰ ਮਿਤੀ 12/4/25 ਨੂੰ ਹਾਰਟ ਦੀ ਪ੍ਰੋਬਲਮ ਆਈ ਕਿੱਥੇ ਔਨ ਡਿਊਟੀ, ਪੁਲਿਸ ਨੇ ਜੋ ਡਿਊਟੀ ਕਰਦਾ ਸੀ। ਇਹਦੇ ਜਿਹੜੇ ਸਾਥੀ ਨੇ, ਜਿਹੜੇ ਨਾਲ ਸੀਗੇ ਮੁਲਾਜ਼ਮ, ਉਹਨਾਂ ਨੇ ਇਹਨੂੰ ਚੁੱਕ ਕੇ ਉੱਥੇ ਹਸਪਤਾਲ ਦਾਖਲ ਕਰਾਇਆ। ਠੀਕ ਹੈ, ਹਸਪਤਾਲ ਗਏ ਨੇ। ਉੱਥੇ 12 ਕੁ ਵਜੇ ਮੈਨੂੰ ਟੈਲੀਫੋਨ ਜਾਂਦਾ, ਮੈਂ ਫਲੋਰ ਰਹਿੰਦਾ ਆ, ਮੈਂ ਵੀ ਪੰਜਾਬ ਪੁਲਿਸ ਵਿੱਚੋਂ ਰਿਟਾਇਰ। ਉੱਥੇ ਮੈਨੂੰ ਟੈਲੀਫੋਨ ਗਿਆ, ਮੇਰੀ ਉਹਨਾਂ ਜਿਹੜਾ ਡਾਕਟਰ ਸੀਗਾ ਉਹਨਾਂ ਨਾਲ ਗੱਲ ਹੋਈ। ਉਹ ਮੈਨੂੰ ਕਹਿੰਦੇ ਜੀ ਬਹੁਤ ਜਲਦੀ ਕਰਨਾ ਪੈਣਾ, ਜ਼ਿਆਦਾ ਸੀਰੀਅਸ ਨੇ। ਚਲੋ ਮੁਲਾਜ਼ਮ ਸੀਗੇ, ਮੈਂ ਕਿਹਾ ਕਰਾਓ ਗੱਲ ਕੀਤੀ। ਕਹਿੰਦੇ ਜੀ ਹੁਣੇ ਕਰਨਾ ਪੈਣਾ। ਮੈਂ ਕਿਹਾ ਕੋਈ ਗੱਲ ਨਹੀਂ। ਉਹ ਕਹਿੰਦੇ ਜੀ ਪਹਿਲਾਂ ਪੈਸੇ ਜਮ੍ਹਾਂ ਕਰਾਉਣੇ ਪੈਣੇ ਨੇ, ਲੱਖ ਰੁਪਈਆ। ਉੱਥੇ ਇਹਦਾ ਛੋਟਾ ਲੜਕਾ ਜਿਹੜਾ ਉਹ ਮਰਚੈਂਟ ਵਿੱਚ ਆ, ਉਹ ਆਇਆ, ਉਹਨੂੰ ਮੈਂ ਉਸ ਵੇਲੇ ਟੈਲੀਫੋਨ ਦੇ ਕੇ ਮੈਂ ਲੱਖ ਰੁਪਈਆ ਜਮ੍ਹਾਂ ਕਰਾ ਦਿਓ। ਲੱਖ ਰੁਪਈਆ ਜਮ੍ਹਾਂ ਹੋ ਗਿਆ। ਮੈਂ ਉੱਥੋਂ ਚੱਲ ਪਿਆ। ਮੈਂ 1 ਵਜੇ ਇੱਥੇ ਪਹੁੰਚ ਗਿਆ। ਮੇਰੇ ਆਉਂਦੇ ਨੂੰ ਆਪਰੇਟ ਕਰ ਚੁੱਕੇ ਸੀ। ਮੈਂ ਜਾ ਕੇ ECU 'ਚ ਮਿਲਿਆ ਔਰ ਮੇਰੇ ਨਾਲ ਗੱਲਾਂ ਕੀਤੀਆਂ ਨੇ ਕਿ ਠੀਕ ਹੈ ਭਾਜੀ, ਹੁਣ ਮੈਂ ਬਚ ਗਿਆ। ਉਸ ਤੋਂ ਬਾਅਦ ਮੈਂ ਡਾਕਟਰ ਨਾਲ ਗੱਲ ਕੀਤੀ। ਕਹਿੰਦਾ ਜੀ ਟਾਈਮ ਸਿਰ ਆ ਗਿਆ, ਤੁਸੀਂ ਸਾਂਭਿਆ ਗਿਆ, ਹੁਣ ਕੋਈ ਪ੍ਰੋਬਲਮ ਨਹੀਂ। ਅਸੀਂ ਇਹਨੂੰ 24 ਘੰਟੇ ਜਾਂ 48 ਘੰਟੇ ਰੱਖਾਂਗੇ। ਉਸ ਤੋਂ ਬਾਅਦ ਅਸੀਂ ਫਿਰ ਇਹਨੂੰ ਛੁੱਟੀ ਦੇ ਬਾਰੇ ਸੋਚ ਸਕਦੇ। ਮੈਂ ਡਾਕਟਰ ਸਾਹਿਬ ਨੂੰ ਕਿਹਾ, ਮੈਂ ਡਾਕਟਰ ਸਾਹਿਬ ਕੋਈ ਗੱਲ ਨਹੀਂ, ਤੁਸੀਂ ਇਹਨੂੰ 24 ਰੱਖੋ, 48 ਰੱਖੋ, ਬੇਸ਼ੱਕ ਜ਼ਿਆਦਾ ਰੱਖੋ, ਮੈਨੂੰ ਕੋਈ ਤਰ੍ਹਾਂ ਇਹਦਾ ਸਹੀ ਇਲਾਜ ਕਰਨ ਤੋਂ ਬਾਅਦ ਉਹਨਾਂ ਨੇ ਉੱਥੋਂ 2 ਦਿਨ ਉੱਥੇ ਰੱਖਿਆ। ਤੀਜੇ ਦਿਨ ਇਹਨੂੰ ਕਮਰੇ 'ਚ ਭੇਜ ਦਿੱਤਾ। 15/4 ਨੂੰ ਇਹਨੂੰ ਛੁੱਟੀ ਦੇ ਦਿੱਤੀ। ਛੁੱਟੀ ਦੇ ਕੇ ਜੋ ਵੀ ਦਵਾਈ ਦੇਣੀ ਸੀ ਆ ਗਿਆ। ਕਹਿੰਦਾ ਹਫ਼ਤੇ ਬਾਅਦ ਇਹਨੂੰ ਚੈੱਕ ਕਰਵਾਇਆ। ਇਹ ਘਰੇ ਆ ਗਿਆ। ਸੋਮਵਾਰ ਇਹਨੂੰ ਚੈੱਕ ਕਰਾ ਕੇ ਫਿਰ ਗਏ ਨੇ, ਚੈੱਕ ਕਰਾਇਆ। ਉਹਨਾਂ 1 ਮਹੀਨੇ ਦੀ ਦਵਾਈ ਦੇ ਦਿੱਤੀ। ਕਹਿੰਦੇ ਜੀ ਇਹ ਠੀਕ ਹੈ। ਜਦੋਂ ਇੱਥੇ ਆ ਜਾਂਦਾ ਆ, ਆਪਣੀ ਦਵਾਈ ਖਾਂਦਾ, ਚਲੋ ਠੀਕ ਹੈ। 26 ਤਰੀਕ ਨੂੰ ਇਹ ਆਪਣੇ ਬੈੱਡ ਦੇ ਉੱਤੇ, ਜਦੋਂ ਮੈਡੀਕਲ ਰਸਤੇ ਚੱਲਦਾ ਮਹਿਕਮੇ ਤੋਂ ਵੀ, ਉੱਥੇ ਜਦੋਂ ਗਿਆ, ਇਹ ਮੰਜੇ 'ਤੇ ਪਿਆ ਸੀਗਾ। ਇਹਨਾਂ ਨੂੰ ਉੱਥੇ ਫਿਰ ਦੁਬਾਰਾ ਅਟੈਕ ਆ ਗਿਆ। ਇਹਨਾਂ ਦਾ ਪਿਸ਼ਾਬ ਵਿੱਚ ਹੀ ਨਿਕਲ ਗਿਆ। ਘਰੇ ਸੀ? ਘਰੇ ਇੱਥੋਂ ਚੁੱਕਿਆ, ਜਲਦੀ ਚੁੱਕ ਕੇ ਇਹਨੂੰ ਫਿਰ ਉਸੇ ਹਸਪਤਾਲ ਖੜਿਆ। ਉੱਥੇ ਚਲੋ ਐਮਰਜੈਂਸੀ ਗਿਆ, ਐਮਰਜੈਂਸੀ ਚੈੱਕ ਕੀਤਾ। ਚੈੱਕ ਕਰਨ ਤੋਂ ਬਾਅਦ ਕਹਿੰਦੇ ਜੀ ਇਹਨਾਂ ਦੀ ਮੌਤ ਹੋ ਚੁੱਕੀ ਆ। ਹੁਣ ਮੈਂ ਇੱਥੇ ਇਹ ਗੱਲ ਕਰਨੀ ਚਾਹੁੰਦਾ ਵੀ ਡਾਕਟਰ ਸਾਹਿਬ ਨੇ ਜਿਹੜਾ ਸਾਡੇ ਕੋਲ ਬਿੱਲ ਆ, 2,45,000 ਦਾ ਬਿੱਲ ਲੈ ਲਿਆ। ਟੋਟਲ ਜਿਹੜਾ ਖਰਚਾ ਆ 2,75,000 ਰੁਪਈਆ ਆਇਆ। ਮੈਨੂੰ ਪੈਸਿਆਂ ਦਾ ਕੋਈ ਦੁੱਖ ਨਹੀਂ। ਮੇਰੇ ਭਰਾ ਦੀ ਮੈਨੂੰ ਇਹ ਚੱਲਣ ਡਿਆ ਵੀ ਇੱਕ ਡਾਕਟਰ ਦੇ ਕੋਲ ਜਾ ਕੇ ਫਿਰ ਉਹਦੀ ਮੌਤ ਹੁੰਦੀ ਆ। ਠੀਕ ਹੈ, ਉਹ ਮੌਤ ਦਾ ਕੀ ਕਾਰਨ ਹੈ ਜਾਂ ਕੀ ਹੋਇਆ, ਇਹ ਕਿਉਂ ਹੋਇਆ? ਠੀਕ ਹੈ, ਹਾਂ ਘਰ 'ਤੇ ਪਹਿਲੇ ਟਾਈਮ ਹੀ ਮੌਤ ਹੋ ਜਾਂਦੀ, ਜਿੱਥੇ ਉਹ ਚੁੱਕ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਖੜਿਆ, ਮੈਨੂੰ ਦੁੱਖ ਨਹੀਂ ਸੀ ਹੋਣਾ। ਮੈਂ ਇਹ ਗੱਲ ਕਹਿੰਦਾ, ਜੇ ਤਾਂ ਮੈਂ ਉਹਨੂੰ ਕਿਹਾ ਵੀ ਠੀਕ ਹੈ ਮੇਰੇ ਭਰਾ ਦਾ ਕੋਈ ਸਟੰਟ ਹੋਰ ਪੈਣਾ ਆ, ਜੇ ਉਹਦੇ ਕੋਈ ਜ਼ਿਆਦਾ ਨੁਕਸ ਸੀਗਾ, ਉਹਦਾ ਬਾਈਪਾਸ ਸਰਜਰੀ ਵੀ ਕਰ ਸਕਦੇ ਸੀਗੇ। ਠੀਕ ਹੈ, ਉਹਦਾ ਹੋਰ ਵੀ ਕਈ ਹੱਲ ਸੀਗੇ। ਕਿਉਂਕਿ ਮੈਂ ਖੁਦ ਹਾਰਟ ਤੋਂ ਪੀੜਤ ਕਰਕੇ ਮੈਂ ਇਹਦੇ ਬਾਰੇ ਜਾਣਦਾ, ਕਿਉਂਕਿ ਇਹਦੇ ਬਾਰੇ ਕੀ ਇਲਾਜ ਚੱਲਦੇ ਆ। ਠੀਕ ਹੈ, ਕਾਹਦਾ ਕੀਤਾ? ਸਟੰਟ ਪਾਇਆ ਸੀਗਾ? ਸਟੰਟ ਪਾਇਆ। ਕਿੰਨੇ ਸਟੰਟ ਪਾਏ ਸੀਗੇ? 1 ਸਟੰਟ ਪਾਇਆ। ਠੀਕ ਹੈ, ਹਸਪਤਾਲ ਗਏ ਸੀ ਤੁਸੀਂ? ਇਹ ਸੀਗਾ ਆਪਣੇ ਲਿਵਾਸਾ। ਠੀਕ ਹੈ, ਪਹਿਲਾਂ IV ਦਾ, ਫਿਰ ਇਹ ਲਿਵਾਸਾ ਆਇਆ। ਠੀਕ ਹੈ, ਉੱਥੋਂ ਚੱਲੇ ਚਲੋ ਕਰਕੇ ਉਹ ਡਾਕਟਰ ਨਾਲ ਮੇਰੀ ਇੱਕ ਵਾਰੀ ਨਹੀਂ, ਕਈ ਵਾਰੀ ਗੱਲ ਹੁੰਦੀ ਰਹੀ। ਠੀਕ ਹੈ, ਮੇਰੇ ਹੋਰ ਵੀ ਸਾਡੇ ਅਫਸਰ ਆ ਜਿਹੜੇ, ਇਹਨਾਂ ਦਾ ਕੁੜਮ ਸਾਹਿਬ ਉਹ ਵੀ ਪੁਲਿਸ ਦੇ ਵਿੱਚੋਂ ਇੰਸਪੈਕਟਰ ਰਿਟਾਇਰ ਨੇ, ਉਹ ਵੀ ਗਏ ਆ। ਸਾਰਿਆਂ ਨਾਲ ਗੱਲਬਾਤ ਉਹਨੇ ਮਤਲਬ ਕਿਸੇ ਚੀਜ਼ ਦੀ ਇੱਦਾਂ ਛੱਡੀ ਨਹੀਂ ਕਰਕੇ। ਕਾਰਨ ਕੀ ਦੱਸਿਆ ਜਾ ਰਿਹਾ ਕਿ ਜਦੋਂ ਉਹਨਾਂ ਨੇ ਆਪਰੇਟ ਕਰਤਾ, ਸਟੰਟ ਪਾਤਾ, ਕਿ ਡਾਕਟਰ ਵੱਲੋਂ ਕਿਹਾ ਗਿਆ ਸੀਗਾ ਕਿ ਹੁਣ ਕਿ ਹਾਰਟ ਅਟੈਕ ਦਾ ਕੋਈ ਖਤਰਾ ਨਹੀਂ ਆਵੇਗਾ। ਉਹਨਾਂ ਕਹਿਤਾ, ਬਿਲਕੁਲ ਕਿਹਾ ਸੀਗਾ ਵੀ ਹੁਣ ਘਬਰਾਉਣ ਵਾਲੀ ਕੋਈ ਗੱਲ ਨਹੀਂ, ਬਿਲਕੁਲ ਵੈਲ ਸੈਟਲ ਨੇ, ਤੁਸੀਂ ਹੁਣ ਬਿਲਕੁਲ ਫਿਕਰ ਕਰ ਦਿਓ, ਇਹਦੀ ਦਵਾਈ ਚੱਲੂਗੀ। ਅਸੀਂ ਕਿਹਾ ਕੋਈ ਗੱਲ ਨਹੀਂ, ਠੀਕ ਹੈ। ਤੁਹਾਡੇ ਮੁਤਾਬਕ ਕੀ ਹੋਇਆ ਕਿ ਡਾਕਟਰ ਦੀ ਅਣਗਹਿਲੀ ਹੋਈ? ਮੈਂ ਤਾਂ ਇਹ ਕਹੂੰਗਾ, ਜਾਂ ਤਾਂ ਜਿਹੜਾ ਉਹਦਾ ਸਟੰਟ ਪਾਇਆ ਉਹ ਕੋਈ ਡੁਪਲੀਕੇਟ ਪਾਤਾ, ਜਾਂ ਮੈਂ ਇਹ ਵੀ ਕਹਿ ਸਕਦਾ ਹੋ ਸਕਦਾ ਪਾਇਆ ਹੀ ਨਾ ਹੋਵੇ, ਉੱਦਾਂ ਹੀ ਪੈਸੇ ਲੈ ਲਏ ਆ। ਠੀਕ ਹੈ, ਜੋ ਅੱਜ ਕੋਈ ਕਲਯੁੱਗ ਦੀ ਨਿਸ਼ਾਨੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਚੱਲਣ ਰਿਹਾ। ਠੀਕ ਹੈ, ਕਿਉਂਕਿ ਮੇਰਾ ਭਰਾ ਜਿਹੜਾ ਆ, ਇੱਕ ਮੁਲਾਜ਼ਮ ਹੋਣ ਦੇ ਨਾਤੇ ਮੈਂ ਨਹੀਂ ਇਹ ਗੱਲ ਕਹਿੰਦਾ ਵੀ ਉਹ ਕੋਈ ਕਿਸੇ ਚੀਜ਼ ਦੀ ਕਮੀ ਹੋਵੇ ਜਾਂ ਉਹਦੇ ਬੱਚਿਆਂ ਦੇ ਕੋਲ ਕਮੀ ਹੋਵੇ। ਠੀਕ ਹੈ, ਉਹਦੀ ਫਿਰ ਮੌਤ ਹੁੰਦੀ ਆ, ਉਹਦਾ ਕਾਰਨ ਕੀ? ਹਾਂ ਮੈਂ ਠੀਕ ਆ, ਕਿਤੇ ਆਖਿਆ ਮੈਂ ਡਾਕਟਰ ਕੋਲ ਪਹੁੰਚਦਾ ਹੀ ਨਹੀਂਗਾ।
ਗੱਡੀ ਹੁੰਦੀ ਆ, ਐਕਸੀਡੈਂਟ ਹੁੰਦੀ ਆ, ਉੱਥੇ ਜਾਂਦਾ ਉਹ ਕਹਿੰਦਾ ਨਹੀਂ ਮੈਂ ਚੱਲਣ ਯੋਗ ਕਰ ਦਿੰਦਾ। ਠੀਕ ਹੈ, ਇਹ ਤਾਂ ਮਕੈਨਿਕ ਦੀ ਗੱਲ ਹੈ ਨਾ। ਇਸ ਕਰਕੇ ਡਾਕਟਰ ਜੋ ਹੈ ਉੱਤੇ ਰੱਬ ਆ, ਥੱਲੇ ਡਾਕਟਰ ਆ। ਤੇ ਜੇ ਡਾਕਟਰ ਕਹਿੰਦਾ ਇਹ ਮੈਂ ਕੰਮ ਕਰ ਦਿੰਦਾ, ਹੁਣ ਮੈਨੂੰ ਉਹ ਜਿਹੜੀਆਂ ਉਹਦੀਆਂ ਗੱਲਾਂ ਤੋਂ ਪਤਾ ਲੱਗਣ ਡਿਆ, ਕੁਛ ਇੱਕ ਉਹਦੇ ਉਹ ਇਹ ਸਾਥੀ ਕਹਿਣ ਡਏ ਨੇ ਜੀ ਉੱਥੇ ਐਦਾਂ ਸੀਗਾ, ਅਸੀਂ ਪਹਿਲਾਂ ਇੱਕ ਸਟੈਂਟ ਪਾਇਆ, 2 ਮਹੀਨੇ ਬਾਅਦ ਫੇਰ ਦੂਜਾ ਪਾਉਣਾ ਸੀਗਾ, ਇਹਦਾ ਮਤਲਬ ਸਾਡੇ ਕੋਲ ਪੈਸੇ ਕਰਾ ਰਿਹਾ ਸੀਗਾ, ਹੁਣੇ ਹੀ ਕਰਦਾ। ਠੀਕ ਹੈ, ਇਸ ਕਰਕੇ ਜੋ ਵੀ ਹੋਇਆ ਇਹ ਮੌਤ ਦਾ ਕਾਰਨ ਜਿਹੜਾ ਹੈ ਬਿਲਕੁਲ ਤੱਕ ਮੈਂ ਅੱਜ ਵੀ ਕਹਿੰਦਾ ਉਹਦੇ ਜਿਹੜੇ ਸਾਥੀ ਨੇ, ਪੰਜਾਬ ਪੁਲਿਸ ਆ ਜਿਹੜੀ ਹੁਸ਼ਿਆਰਪੁਰ ਪੁਲਿਸ ਆ, ਉਹਦੀ ਡਟ ਕੇ ਮਦਦ ਕਰ ਰਹੀ ਹੈ। ਠੀਕ ਹੈ, ਜੋ ਵੀ ਹੈ, ਮੈਂ ਨਹੀਂ ਇਹ ਗੱਲ ਕਹਿੰਦਾ ਵੀ ਡਾਕਟਰਾਂ ਧੱਕਾ ਹੋਵੇ, ਮੈਂ ਕਹਿੰਦਾ ਜੋ offense ਹੋਵੇ ਉਹਨੂੰ ਨੰਗਾ ਕਰਕੇ ਰੱਖਣਾ ਚਾਹੀਦਾ, ਤਾਂ ਜੋ ਕਿਸੇ ਗਰੀਬ ਨਾਲ ਹੋਰ ਨਾਲ ਧੱਕਾ ਨਾ ਹੋਵੇ। ਪੁਲਿਸ ਕੰਪਲੀਟ ਕੀਤੀ ਹੈ ਜੀ? ਬਿਲਕੁਲ ਕੀਤੀ ਆ, ਇਹ ਰਪਟ ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, ਇਹ ਲਿਖੀ ਆ। ਪੋਸਟਮਾਰਟਮ ਵੀ ਹੋਇਆ ਜੀ? ਪੋਸਟਮਾਰਟਮ ਹੋਇਆ ਜੀ। ਠੀਕ ਹੈ ਜੀ, ਹੁਣ ਪੁਲਿਸ ਕੀ ਕਹਿ ਰਹੀ ਹੈ? ਬਿਆਨ ਵੀ ਹੋਇਆ ਦਾ? ਪੁਲਿਸ ਦਾ ਮੇਰਾ ਬਿਆਨ ਹੋ ਗਿਆ। ਠੀਕ ਹੈ, ਇਹ ਬਿਆਨ ਆ। ਠੀਕ ਹੈ, ਬਿਆਨ ਦੇ ਵਿੱਚ ਜੋ ਵੀ ਇਹਨਾਂ ਪੰਜਾਬ ਜੋ ਕਾਰਵਾਈ ਕਰਦੀ ਹੈ ਪੁਲਿਸ, ਉਹ ਆਪਣੇ ਪ੍ਰੋਸੈਸ ਤੇ ਕਰਨ ਰਹੀ ਆ। ਠੀਕ ਹੈ, ਉਹਦੇ ਬਾਰੇ ਹੁਣ ਮੈਂ ਵੀ ਤੁਹਾਨੂੰ ਦੱਸਣ ਡਿਆ ਵੀ ਮੈਂ ਇਹ ਨੌਕਰੀ 36 ਸਾਲ ਕੀਤੀ ਆ, ਮੈਂ ਇਹਦੇ ਬਾਰੇ ਵੀ ਮੈਂ ਵੀ ਜਾਣਦਾ। ਬਾਕੀ ਮੈਂ ਨਹੀਂ ਪੁਲਿਸ ਦੇ ਕੰਮ ਦਖਲਅੰਦਾਜ਼ੀ ਨਹੀਂ ਕਰਨੀ ਚਾਹੁੰਦਾ, ਕਿਉਂਕਿ ਉਹਨਾਂ ਦਾ ਰਾਈਟ ਬਣਦਾ, ਉਹਨਾਂ ਦਾ ਵੀ ਸਾਥੀ ਸੀ। ਠੀਕ ਹੈ, ਉਹਨਾਂ ਨੂੰ ਮੈਂ ਨਹੀਂ ਗੱਲ ਕਹਿੰਦਾ ਵੀ ਉਹਨੂੰ ਜੋ ਵੀ ਕਰਦੇ ਨੇ ਆਪਣੇ ਰਾਈਟ ਤੇ ਕਰਨ, ਜੋ ਕਾਨੂੰਨ ਇਜਾਜ਼ਤ ਦਿੰਦਾ ਉਹਨਾਂ ਕਰਨ। ਕਿਹੜੇ ਥਾਣੇ ਕੰਪਲੀਟ ਕੀਤੀ ਤੁਸੀਂ? ਇਹ ਸਦਰ ਥਾਣੇ ਹੁਸ਼ਿਆਰਪੁਰ। ਕੌਣ ਆਈਓ ਕੌਣ ਹੈ ਜੀ? ਆਈਓ ਹੈਗਾ ਮੁੰਡਾ ਆਪਣੇ ਜਸਪਿੰਦਰ ਪੁਸ਼ਪਿੰਦਰ ਜੀ। ਅੱਛਾ, ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਹ ਕਰਦੇ ਹਾਂ ਇਨਸਾਫ ਹੋਣਾ ਚਾਹੀਦਾ, ਜਿਹੜੇ ਇਦਾਂ ਮੌਤਾਂ ਹੋਣ ਲੱਗ ਪੈਣ ਤੇ ਲੋਕਾਂ ਨਾਲ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ। ਜੇ ਮੇਰੇ ਭਰਾ ਦੀ ਮੌਤ ਹੋਈ ਤਾਂ ਮੈਂ ਕਹਿੰਦਾ ਇਹਦੇ ਵਿੱਚ ਦੂਜੇ ਲੋਕ ਵੀ ਬਚ ਜਾਣੇ ਚਾਹੀਦੇ ਆ। ਤੁਹਾਡੇ ਕਹਿਣ ਦੇ ਮੁਤਾਬਕ ਸਿੱਧੇ ਤੌਰ ਤੇ ਕਿ ਡਾਕਟਰਾਂ ਦੀ ਜਾਂ ਹਸਪਤਾਲ ਦੀ ਲਾਪਰਵਾਹੀ ਕਰਕੇ ਤੁਹਾਨੂੰ ਗੁੰਮਰਾਹ ਕੀਤਾ ਗਿਆ ਇਲਾਜ ਕਰਾਉਣ। ਗੁੰਮਰਾਹ ਜਿਹੜਾ ਕੀਤਾ ਗਿਆ, ਮੈਂ ਦੱਸਣ ਤਾਂ ਗੁੰਮਰਾਹ ਤੇ ਕਰਨਾ ਕੀ ਹੈ, ਉਹਨਾਂ ਦੀ ਨਲਾਇਕੀ ਕਰਕੇ ਦੀ ਮੌਤ ਹੋਈ ਆ। ਉਹਨਾਂ ਦੀ ਜਿਹੜੀ ਨਲਾਇਕੀ ਡਾਕਟਰ ਦੀ ਆ, ਨਲਾਇਕੀ ਕਰਕੇ ਮੌਤ ਹੋਈ ਆ, ਨਹੀਂ ਤਾਂ ਮੌਤ ਨਹੀਂ ਸੀ ਹੋ ਸਕਦੀ। ਹਾਂ, ਉਦੋਂ ਹੀ ਮੌਤ ਹੋ ਜਾਂਦੀ, ਅਸੀਂ ਕਹਿੰਦੇ ਵੀ ਜਾਂਦੇ ਮੁੱਕ ਗਿਆ, ਗੱਲ ਖਤਮ ਹੋ ਜਾਂਦੀ। ਤੁਹਾਨੂੰ ਕੀ ਲੱਗਦਾ ਸਹੀ ਤਰ੍ਹਾਂ ਨਾਲ ਇਲਾਜ ਨਹੀਂ ਫਿਰ ਇਹਨਾਂ ਨੇ? ਮੈਂ ਇਹ ਕਹੂੰਗਾ ਇਹਨੂੰ ਸਹੀ ਤਰ੍ਹਾਂ ਇਲਾਜ ਨਹੀਂ ਕੀਤਾ ਗਿਆ, ਅਣਗਹਿਲੀ ਵਰਤੀ ਗਈ ਆ। ਜੀ ਡਾਕਟਰ ਸਾਹਿਬ, 12 ਅਪ੍ਰੈਲ ਨੂੰ ਤੁਹਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ, ਏਐਸਆਈ ਸਰਬਜੀਤ ਸਿੰਘ, ਜਿਨ੍ਹਾਂ ਦਾ ਇਲਾਜ ਤੋਂ ਬਾਅਦ ਜਦੋਂ ਘਰ ਗਏ ਤਾਂ ਉਹਨੂੰ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਹੈ। ਤਾਂ ਪਰਿਵਾਰ ਨੇ ਜਿਹੜੇ ਉਹ ਦੋਸ਼ ਲਗਾਏ ਨੇ ਕਿ ਹਸਪਤਾਲ ਵੱਲੋਂ ਸਾਨੂੰ ਗੁੰਮਰਾਹ ਕੀਤਾ ਗਿਆ, ਇਲਾਜ ਸਹੀ ਤਰ੍ਹਾਂ ਨਹੀਂ ਕੀਤਾ ਗਿਆ। ਸੋ ਤੁਹਾਡਾ ਕੀ ਪੱਖ ਹੈ ਇਸ ਬਾਬਤ? नमस्कार, मैं डॉक्टर रवि कुमार वी, एसोसिएट डायरेक्टर कार्डियोलॉजी, दिवासा हॉस्पिटल होशियारपुर। हमारे पास 12 अप्रैल को मिस्टर सरबजीत सिंह आए थे। वो इस कंप्लेंट से आए थे कि चेस्ट पेन हो रहा है मॉर्निंग से सीवियर। उनको उससे पहले भी 2 दिन से चेस्ट पेन था और वो डायबिटीज़ के पेशेंट थे। तो उन्होंने लोकल हॉस्पिटल से ट्रीटमेंट लिया था और फिर हमारे पास आए थे लगभग 11:30 और 11:45 के बीच। हमने ईसीजी और इको के बेसिस पे उनको मेजर हार्ट अटैक जो एसटी एलिवेशन मायोकार्डियल इन्फाक्शन उसका डायग्नोसिस किया और जो फर्स्ट एड देना था वो दिया। और उनको जो डेफिनेटिव ट्रीटमेंट होता है मेजर हार्ट अटैक में वो प्राइमरी एंजियोप्लास्टी होती है, जिसमें हम जो नस बंद होती है उसको एंजियोग्राफी करके कंफर्म करके फिर उस नस को खोलते हैं विथ स्टेंटिंग। वो सजेस्ट किया हम उनको, और हम उनको इस हार्ट अटैक का बारे में एक्सप्लेन किया, हार्ट का कितना पंपिंग है ये भी एक्सप्लेन किया, बिना इलाज का जान का कितना रिस्क रहता है, क्या क्या कॉम्प्लिकेशन की वजह से जान का खतरा रहता है ये एक्सप्लेन किया, और स्टेंटिंग से कितना सक्सेस रहता है और स्टेंटिंग से कितना रिस्क कम होता है ये बताया। हमने उनको क्लियरली बताया था कि स्टेंटिंग बेस्ट ट्रीटमेंट होता है, सेकेंड ऑप्शन मेडिसिन होता है। तो स्टेंटिंग का जो सक्सेस रेट भी बताया था हमने उनको लगभग 95 to 96%, और स्टेंटिंग के बाद भी रिस्क रहेगा ये भी हमको क्लियरली बताया था, क्योंकि जब भी हार्ट अटैक होता है जो इलाज हम देते हैं वो हम रिस्क कम करने के लिए देते हैं। ऐसा कोई इलाज नहीं है जिसमें रिस्क बिल्कुल ही हटा सकते हैं या ज़ीरो कर सकते हैं। तो उसके बाद हमने उनको ये काउंसलिंग उनकी बेटा और जो उनके साथ रिलेटिव थे उनको किया था। फिर हम उनको इसके बाद कंसेंट्स लेके वही चीज़ लिखा होता है कंसेंट्स में जो हमने एक्सप्लेन किया होता है। तो हमने उनको एंजियोग्राफी की, एंजियोग्राफी के बाद दोबारा बुला के उनको यही चीज़ सारा समझाया और एंजियोग्राफी का भी फाइंडिंग समझाया। और जब उन्होंने बोला कि फर्दर प्रोसीड करो तो हम उनका नस जो हार्ट अटैक में कल्प्रिट आर्टरी, मतलब जिस नस की वजह से हार्ट अटैक हुआ होता है उस नस को खोला। इस मामले में मिस्टर सरबजीत सिंह की केस में वो आर्टरी थी एलएडी आर्टरी, जो ओरिजिन मतलब शुरू जहाँ होती है वहीं पे 100% बंद थी। बाकी आर्टरियों में भी ब्लॉकेज थी, बट मेजर हार्ट अटैक में मेन मकसद होता है जो नस हार्ट अटैक्स का कारण है सिर्फ उसी का इलाज किया जाए।
तो हमने सक्सेसफुली ये प्रोसीजर कंप्लीट किया। एक स्टेंट, ड्रग एल्यूटिंग स्टेंट जो रेकमेंडेड है, वो डाला गया था। प्रोसीजर के बाद पेशेंट पेन फ्री हुए, स्टेबलाइज हो गए और ग्रेजुअली हम इनको 2 दिन सीसीयू में रखा। सेकेंड डे पे भी सीसीयू में थे, हमने इनको मॉनिटरिंग किया। 48 आवर्स स्टेबल रहने के बाद पेशेंट को हमने 14th को प्राइवेट रूम में शिफ्ट किया। वहाँ पे पेशेंट को एम्बुलेट किया। वहाँ पे पेशेंट का जैसे हम रोज़ सुबह शाम देखते हैं वैसे देखा गया। पेशेंट को कोई कंप्लेंट नहीं थी ड्यूरिंग हॉस्पिटल स्टे। और 15th को उनको हम दोबारा असेस करके, तो बाई प्रोटोकॉल हम 40 to 72 आवर्स बाद पेशेंट को डिस्चार्ज करते, तो हमने उनको डिस्चार्ज किया। डिस्चार्ज पे उनको हमने सारा रिपोर्ट्स हैंड ओवर किया। जो एंजियोग्राफी और स्टेंटिंग का सीडी है वो तो हैंड ओवर कर दिया था उनका रिलेटिव को, और उनको क्लियर कट इंस्ट्रक्शंस दिए गए थे कि कोई सिम्टम्स दोबारा होता है तो दे शुड कॉल बैक। हॉस्पिटल का नंबर भी दिया था, मैं अपना पर्सनल नंबर भी शेयर किया था और मेडिकेशन प्रॉपर समझा के घर भेजा था, और 1 वीक बाद फॉलोअप के लिए बुलाए थे। और इस बीच कोई उनका फ़ोन नहीं आया या वो कोई हॉस्पिटल विज़िट नहीं किए। उन्होंने 21/4 को आफ्टर 1 वीक फॉलोअप के लिए आए थे। हमने उनको ओपीडी में फॉलोअप के लिए देखा। उस टाइम पेशेंट को कोई कार्डियक कंप्लेंट्स नहीं थे। हमने उन्हें ईसीजी किया। जो ईसीजी में चेंजेस जैसे स्टेंटिंग के बाद सेटल होते हैं वैसे सेटल हुए थे। इको टेस्ट किया। इको में उनका हार्ट का पंपिंग में इम्प्रूवमेंट था। जो एडमिशन के टाइम 30-35% थी वो 45% तक इम्प्रूव हुआ था। यही चीज़ उनको बताया भी गया था। उनके बेटे के सामने ही इको टेस्ट हुआ था ओपीडी में, और ब्लड रिपोर्ट्स भी हुए थे जो सेटिस्फैक्ट्री रेंज में थी। तो हमने उनको फिर से ट्रीटमेंट दे के फिर एडवाइस करके बोला कि फॉलोअप आ जाए 1 मंथ बाद, और बीच में कोई कंप्लेंट होती है तो वो आके दिखा सकते हैं हमें। तो उसके बाद वो घर चले गए। तो उसके बाद कोई फ़ोन नहीं आया। ऑन 26 अनफॉर्चुनेटली वो मिस्टर सरबजीत सिंह घर पे कोलैप्स हो गए थे आफ्टरनून में। और ये अकॉर्डिंग टू जो हमें पता लगा हिस्ट्री, वो सडनली हुए थे। तो उन्होंने घर पे चेस्ट कंप्रेशंस दिए थे अटेंडेंट्स ने, बट यहाँ आते आते वो रास्ते में कोई रेस्पॉन्स नहीं था। तो यहाँ जब आया था, जो इमरजेंसी मेडिकल ऑफिसर इवैल्यूएट करके उनको वो डिक्लेयर डेड ऑन अराइवल आफ्टर एग्जामिनेशन और ईसीजी। तो ये हुए थे। उसके बाद सर मतलब कि जब आपके पास मिस्टर सरबजीत सिंह आए थे तो अपने प्रॉपर उनका जो ट्रीटमेंट था वो अस्पताल की तरफ से किया गया था? हाँ जी, जो स्टैंडर्ड रेकमेंडेड प्रोटोकॉल ट्रीटमेंट है वो किया गया था। और ट्रीटमेंट के बाद पेशेंट हमारे पास 3 दिन रहे और बिल्कुल स्टेबल रहे। उस टाइम अगर कुछ प्रॉब्लम होती तो पेशेंट खुद बताते या अटेंडेंट्स हमें बताते। उस टाइम अगर उनको कोई भी क्वेरी थी वो हमें बताते। हमें उनको क्लियरली बोला गया था कि रिस्क तो हार्ट अटैक के मरीज़ में रहेगा, हम रिस्क कम कर सकते हैं, हम रिस्क कभी ज़ीरो नहीं कर सकते, क्योंकि ऑलरेडी अटैक हो चुका है, हार्ट वीक हो चुका है। और रिस्क को लेकर फैमिली के साथ सर डिस्कशन करा हुई थी आपकी? फैमिली के साथ डिस्कशन हुआ है। उनका बेटे को ही समझाया था जो साथ में थे उस टाइम पे। ये इमरजेंसी में जब पेशेंट आया था तब भी बताया गया, और एंजियोग्राफी के बाद भी बताया गया, और क्लैरिटी के साथ बताया गया। जी सर। और जैसे काउंसलिंग हम करते हैं, हम हर पेशेंट को बीमारी के बारे में भी बताते हैं, उसका क्या इलाज है, इलाज का कितना फ़ायदा होता है, कितना रिस्क रहेगा, ये क्लियरली एक्सप्लेन करते हैं। इस चीज़ का हम ऑडियो रिकॉर्डिंग भी करते हैं, और इमरजेंसी में सीसीटीवी कैमरा लगे होते हैं जिसमें पता लगता है कि किसको काउंसलिंग कर रहे हैं। और यही चीज़ कंसेंट फॉर्म्स में भी लिखा होता है, और उसमें भी क्लियरली मेंशन होता है कि कितना सक्सेस रेट रहेगा प्रोसीजर का, ड्यूरिंग प्रोसीजर कितना जान का खतरा रहेगा, क्या क्या कॉम्प्लिकेशन हो सकते हैं, और उसके बाद भी कितना रिस्क रहता है, ये चीज़ बताया होता है। और इसका सिग्नेचर्स पेशेंट ने भी किया हुआ है और उनका बेटे ने भी किया हुआ है।